ਹੈਲੋ ਐਂਡ ਵੈਲਕਮ ਟੂ ਸਟੱਡੀ ਫॉर ਯੂ। ਅੱਜ ਦੇ ਇਸ ਵੀਡੀਓ ਲੈਕਚਰ ਵਿੱਚ ਅਸੀਂ ਡਿਸਕਸ ਕਰਾਂਗੇ 7th ਕਲਾਸ ਜਿਓਗ੍ਰਾਫੀ ਚੈਪਟਰ ਨੰਬਰ 2। These are the topics that we are going to be discussed in this chapter. Interior of the earth like crust, mantle and core, rocks and their types. ਫਸਟ ਟੌਪਿਕ ਕੀ ਆਪਣਾ ਜੀ ਇੰਟੀਰੀਅਰ ਆਫ ਦਾ ਅਰਥ ਮੀਨਸ ਅਰਥ ਨੂੰ ਅੰਦਰੋਂ ਆਪਾਂ ਜਾਣਾਂਗੇ। ਇਸ ਦੇ ਵਿੱਚ ਅਰਥ ਅੰਦਰੋਂ ਕਿਸ ਤਰ੍ਹਾਂ ਦੀ ਉਸਦੀ ਸ਼ੇਪ ਹੈ, ਕਿਸ ਤਰ੍ਹਾਂ ਦੀ ਸਟਰਕਚਰ ਹੈ, ਉਸ ਨੂੰ ਆਪਾਂ ਇਸ ਚੈਪਟਰ ਵਿੱਚ ਜਾਣਾਂਗੇ। ਲਿਥੋਸਫੀਅਰ ਆਫ ਦਾ ਅਰਥ ਇਜ਼ ਡਿਵਾਈਡਡ ਇਨਟੂ 3 ਲੇਅਰਸ। ਜਿੱਦਾਂ ਤੁਹਾਨੂੰ ਅਸੀਂ ਪਿਛਲੀ ਕਲਾਸ ਦੇ ਵਿੱਚ ਦੱਸਿਆ ਕਿ ਅਰਥ ਦਾ ਜੋ ਸੋਲਿਡ ਪਾਰਟ ਹੈ ਜਿਸ ਉੱਪਰ ਅਸੀਂ ਰਹਿੰਦੇ ਹਾਂ ਉਸ ਨੂੰ ਕੀ ਕਿਹਾ ਜਾਂਦਾ ਜੀ ਲਿਥੋਸਫੀਅਰ। ਐਂਡ ਇਸ ਨੂੰ ਆਪਾਂ ਅੰਦਰੋਂ ਡੀਪ ਦੇ ਵਿੱਚ ਦੇਖੀਏ ਤਾਂ ਇਹ 3 ਹਿੱਸਿਆਂ ਦੇ ਵਿੱਚ ਇਸ ਨੂੰ ਡਿਵਾਈਡ ਕੀਤਾ ਜਾਂਦਾ ਹੈ। ਇਹ ਕਿਹੜੇ ਨੇ? ਕਰਸਟ, ਮੈਂਟਲ ਐਂਡ ਕੋਰ। ਤੁਸੀਂ ਇਸ ਪਿਕਚਰ ਵਿੱਚ ਦੇਖੋਗੇ ਜੋ ਸਭ ਤੋਂ ਉੱਪਰ ਵਾਲੀ ਸਤਹ ਹੈ ਉਸ ਨੂੰ ਕੀ ਕਿਹਾ ਜਾਂਦਾ ਜੀ ਕਰਸਟ। ਐਂਡ ਇਸ ਤੋਂ ਜੋ ਨੀਚੇ ਵਾਲੀ ਹੈ ਉਸ ਨੂੰ ਕਿਹਾ ਜਾਂਦਾ ਜੀ ਮੈਂਟਲ। ਮੈਂਟਲ ਦੇ ਨੀਚੇ ਕਿਹੜੀ ਹੈ ਜੀ ਮੋਲਟਨ ਕੋਰ। ਬੇਸਿਕਲੀ ਇਸ ਨੂੰ ਕੋਰ ਕਿਹਾ ਜਾਂਦਾ ਹੈ, ਬਟ ਕੋਰ ਨੂੰ 2 ਹਿੱਸਿਆਂ ਵਿੱਚ ਅੱਗੇ ਅਸੀਂ ਡਿਵਾਈਡ ਕਰਦੇ ਹਾਂ, ਮੋਲਟਨ ਕੋਰ ਐਂਡ ਦ ਸੋਲਿਡ ਕੋਰ। ਠੀਕ ਹੈ ਜੀ। ਜੋ ਲਿਥੋਸਫੀਅਰ ਓਸ਼ਨ ਦੇ ਅੰਦਰ ਆ ਜਾਂਦਾ ਹੈ, ਮੀਨਸ ਓਸ਼ਨ ਵੀ ਉਸਦੀ ਵੀ ਇੱਕ ਸਤਹ ਹੈ। ਨੀਚੇ ਦੇਖੀਏ ਤਾਂ ਲਿਥੋਸਫੀਅਰ ਹੈਗਾ ਓਸ਼ਨ ਦੇ ਨੀਚੇ, ਉਸ ਨੂੰ ਕੀ ਕਿਹਾ ਜਾਂਦਾ ਜੀ ਓਸ਼ਨਿਕ ਕਰਸਟ। ਐਂਡ ਜਿਸ ਉੱਪਰ ਅਸੀਂ ਰਹਿੰਦੇ ਹਾਂ ਉਸ ਨੂੰ ਕੀ ਕਿਹਾ ਜਾਂਦਾ ਜੀ ਕੌਂਟੀਨੈਂਸ਼ੀਅਲ ਕਰਸਟ। ਓਕੇ, ਨੈਕਸਟ ਅਸੀਂ ਡਿਟੇਲ ਵਿੱਚ ਦੇਖਦੇ ਹਾਂ ਕਰਸਟ ਨੂੰ। ਇਹ ਕੀ ਹੈ ਜੀ ਥਿਨੈਸਟ ਐਂਡ ਅਪਰ ਮੋਸਟ ਲੇਅਰ ਆ ਗਈ ਜਿਹੜੀ ਕੀ ਹੈ ਜੀ 35 ਕਿਲੋਮੀਟਰ ਹੈ ਔਨ ਕੌਂਟੀਨੈਂਟਲ ਐਂਡ 5 ਕਿਲੋਮੀਟਰ ਔਨ ਓਸ਼ਨ। ਮੀਨਸ ਇਸ ਦੀ ਜੋ ਮੋਟਾਈ ਹੈ ਉਹ ਕੌਂਟੀਨੈਂਟਲ ਸਰਫੇਸ 'ਤੇ ਕੀ ਹੈ ਜੀ 35 ਕਿਲੋਮੀਟਰ ਐਂਡ ਓਸ਼ਨ ਸਰਫੇਸ 'ਤੇ ਕੀ ਹੈ ਜੀ ਸਿਰਫ 5 ਕਿਲੋਮੀਟਰ। ਦਾ ਮੇਨ ਮਟੀਰੀਅਲ ਔਰ ਮਿਨਰਲਸ ਜੋ ਇਸ ਕਰਸਟ ਦੇ ਵਿੱਚ ਪਾਏ ਜਾਂਦੇ ਨੇ ਉਹ ਕਿਹੜੇ ਨੇ ਜੀ ਸਿਲਿਕਾ ਐਂਡ ਐਲੂਮੀਨਾ। ਇਹ ਕਿਹੜੇ 'ਤੇ ਪਾਏ ਜਾਂਦੇ ਨੇ ਜੀ ਕੌਂਟੀਨੈਂਟਲ ਕਰਸਟ ਦੇ ਉੱਪਰ। ਇਸ ਲਈ ਇਸ ਨੂੰ ਕੀ ਕਿਹਾ ਜਾਂਦਾ ਜੀ ਕਰਸਟ ਨੂੰ ਸੈਲ। ਠੀਕ ਹੈ ਜੀ। ਐਂਡ ਜੋ ਓਸ਼ਨ ਕਰਸਟ ਹੈ ਉਸ ਨੂੰ ਕੀ ਕਿਹਾ ਜਾਂਦਾ ਜੀ ਸੀਮਾ, ਬਿਕੋਜ਼ ਇੱਥੇ ਕਿਹੜੇ ਮਿਨਰਲਸ ਨੇ ਸਿਲਿਕਾ ਐਂਡ ਮੈਗਨੀਸੀਅਮ। ਕਰਸਟ ਇਜ਼ ਓਨਲੀ 1% ਵੋਲੀਅਮ ਆਫ ਅਰਥ। ਇੰਪੋਰਟੈਂਟ ਗੱਲ ਹੈ ਇਹ ਜੀ ਯਾਦ ਰੱਖਣ ਵਾਲੀ, ਜੋ ਕਰਸਟ ਹੈ ਉਹ ਸਿਰਫ 1% ਵੋਲੀਅਮ ਕੀ ਹੈ ਜੀ ਐਕਵਾਇਰ ਕਰਦੀ ਹੈ ਪੂਰੀ ਅਰਥ ਦਾ। ਦ ਡੀਪੈਸਟ ਮਾਈਨ ਇਨ ਦਾ ਵਰਲਡ ਇਜ਼ ਇਨ ਸਾਊਥ ਅਫਰੀਕਾ ਅਬਾਊਟ 4 to 6 ਕਿਲੋਮੀਟਰ ਫੋਰ ਸਰਚਿੰਗ ਆਇਲ। ਜਿਹੜੀ ਸਭ ਤੋਂ ਡੂੰਘੀ ਕਰਸਟ ਦੇ ਵਿੱਚ ਮਾਈਨ ਆ ਗਈ ਉਹ ਕੀ ਹੈ ਜੀ ਸਾਊਥ ਅਫਰੀਕਾ ਦੇ ਵਿੱਚ ਹੈ। ਇਸ ਦੀ ਲੈਂਥ ਕਿੰਨੀ ਹੈ ਜੀ 4 ਤੋਂ 6 ਕਿਲੋਮੀਟਰ। ਇਹ ਕਾਹਦੇ ਵਾਸਤੇ ਮਾਈਨ ਜਿਹੜੀ ਹੈ ਉਹ ਪੁੱਟੀ ਗਈ ਸੀ, ਉਹ ਕਾਹਦੇ ਵਾਸਤੇ ਸੀ ਜੀ ਆਇਲ ਲਈ। ਨੈਕਸਟ ਆਪਣੀ ਲੇਅਰ ਕਿਹੜੀ ਹੈ ਜੀ ਮੈਂਟਲ। ਇਸ ਦੀ ਮੋਟਾਈ ਕਿੰਨੀ ਹੈ ਜੀ 2900 ਕਿਲੋਮੀਟਰ ਐਂਡ ਇਹ ਕਿੰਨਾ ਵੋਲੀਅਮ ਐਕਵਾਇਰ ਕੀਤਾ ਇਹਨੇ 84%। ਐਂਡ ਦਾ ਥਰਡ ਲੇਅਰ ਆਫ ਦਾ ਅਰਥ ਇਜ਼ ਕੋਰ। ਇਹ ਇਸ ਦੀ ਮੋਟਾਈ ਜਾਂ ਫਿਰ ਕਹਿ ਦਈਏ ਆਪਾਂ ਐਕਸਟੈਂਡਡ ਅਪ ਟੂ 35,000 ਕਿਲੋਮੀਟਰਸ ਐਂਡ ਇਹ ਕਿੰਨਾ ਵੋਲੀਅਮ ਇਹਨੇ ਐਕਵਾਇਰ ਕੀਤਾ ਹੈ 15% ਵੋਲੀਅਮ। ਮਿਨਰਲਸ ਇੱਥੇ ਕਿਹੜੇ ਪਾਏ ਜਾਂਦੇ ਨੇ ਜੀ ਨਿਕਲ ਐਂਡ ਆਇਰਨ। ਇਸ ਲਈ ਇਸ ਨੂੰ ਕੀ ਕਿਹਾ ਜਾਂਦਾ ਜੀ ਨਾਸ਼ ਵੀ ਕਿਹਾ ਜਾਂਦਾ ਹੈ, ਬਿਕੋਜ਼ ਕੀ ਹੈ ਜੀ ਆਇਰਨ ਨੂੰ ਫੈਰੋਸ ਵੀ ਕਿਹਾ ਜਾਂਦਾ ਹੈ। ਨੈਕਸਟ ਟੌਪਿਕ ਕੀ ਆਪਣਾ ਜੀ ਰੌਕਸ। ਰੌਕਸ ਕੀ ਹੁੰਦੀਆਂ ਨੇ? ਨੈਚੁਰਲ ਮਾਸ ਆਫ ਮਿਨਰਲ ਮੈਟਰ ਦੈਟ ਮੇਕ ਕਰਸਟ ਇਨ ਇਜ਼ ਕਾਲਡ ਐਜ਼ ਰੌਕ। ਜੋ ਕਰਸਟ ਦੇ ਉੱਪਰ ਆਪਾਂ ਜਿਸ ਦੇ ਉੱਪਰ ਰਹਿੰਦੇ ਹਾਂ ਮਿਨਰਲਸ ਪਾਰਟ ਉਸ ਨੂੰ ਕੀ ਕਿਹਾ ਜਾਂਦਾ ਜੀ ਰੌਕ। ਰੌਕਸ ਬੇਸਿਕਲੀ 3 ਟਾਈਪ ਦੀਆਂ ਹੁੰਦੀਆਂ ਨੇ ਆਈਗਨਸ, ਸੈਡੀਮੈਂਟਰੀ ਐਂਡ ਮੈਟਾਮੋਰਫਿਕ ਰੌਕਸ। ਜੋ ਆਈਗਨਸ
ਰੌਕਸ ਹੁੰਦੀਆਂ ਨੇ। ਇਹ ਬੇਸਿਕਲੀ ਕੀ ਹੈ ਜੀ, ਜਦੋਂ ਵੋਲਕੈਨੋ ਆਉਂਦਾ ਤਾਂ ਕੀ ਹੈ ਜੀ, ਧਰਤੀ ਦੇ ਹੇਠਲੇ ਪਾਰਟ ਤੋਂ ਮੈਗਮਾ ਉੱਪਰ ਉੱਠਦਾ, ਬਾਹਰ ਨਿਕਲਦਾ। ਜਦੋਂ ਉਹ ਜੰਮ ਜਾਂਦਾ ਤਾਂ ਉੱਥੇ ਕੀ ਹੈ ਜੀ, ਰੌਕਸ ਬਣ ਜਾਂਦੀਆਂ। ਉਹਨਾਂ ਰੌਕਸ ਨੂੰ ਕੀ ਕਿਹਾ ਜਾਂਦਾ ਜੀ, ਆਈਗਨਸ ਰੌਕ। ਆਈਗਨਸ ਰੌਕ ਅੱਗੇ ਜੀ ਦੋ ਟਾਈਪਸ ਦੀਆਂ ਨੇ, ਇੰਟਰਾਸਿਵ ਐਂਡ ਐਕਸਟਰਾਸਿਵ। ਇੰਟਰਾਸਿਵ ਰੌਕਸ ਕਿਹੜੀਆਂ ਹੁੰਦੀਆਂ ਨੇ ਜੀ, ਜਦੋਂ ਧਰਤੀ ਅੰਦਰ ਵੋਲਕੈਨੋ ਆਇਆ ਬਟ ਉਹ ਕੀ ਹੈ, ਧਰਤੀ ਦੀ ਕਰਸਟ ਤੋਂ ਬਾਹਰ ਨਹੀਂ ਨਿਕਲਿਆ, ਉਸਦੇ ਅੰਦਰ ਹੀ ਠੰਡਾ ਹੋ ਗਿਆ। ਐਂਡ ਧਰਤੀ ਦੇ ਕਰਸਟ ਦੇ ਹੇਠਾਂ ਮੀਨਜ਼ ਕਰਸਟ ਦੇ ਅੰਦਰ ਹੀ ਆਪਾਂ ਨੂੰ ਸਰਫੇਸ ਉੱਪਰ ਦਿਖਾਈ ਨਹੀਂ ਦਿੰਦੀਆਂ, ਵਿੱਚ ਜੋ ਚਟਾਨਾਂ ਬਣ ਜਾਂਦੀਆਂ ਨੇ, ਰੌਕਸ ਬਣ ਜਾਂਦੀਆਂ, ਉਹਨਾਂ ਨੂੰ ਕੀ ਕਿਹਾ ਜਾਂਦਾ ਜੀ, ਇੰਟਰਾਸਿਵ ਰੌਕਸ। ਐਂਡ ਜੋ ਇਸ ਤੋਂ ਬਾਹਰ ਆ ਜਾਂਦੀਆਂ ਨੇ, ਸਰਫੇਸ ਦੇ ਬਾਹਰ ਆ ਜਾਂਦੀਆਂ, ਆਪਾਂ ਨੂੰ ਦਿਖਾਈ ਦਿੰਦੀਆਂ ਉੱਪਰ, ਉਹਨਾਂ ਨੂੰ ਕੀ ਕਿਹਾ ਜਾਂਦਾ ਜੀ, ਐਕਸਟਰਾਸਿਵ। ਠੀਕ ਹੈ ਜੀ। ਨੈਕਸਟ ਟਾਈਪ ਕਿਹੜੀ ਹੈ ਜੀ ਰੌਕਸ ਦੀ, ਸੈਡੀਮੈਂਟਰੀ ਰੌਕਸ। ਸੈਡੀਮੈਂਟਰੀ ਕੀ ਹੈ ਜੀ, ਇਹ ਲੈਟਿਨ ਵਰਡ ਸੈਡੀਮੈਂਟਮ ਤੋਂ ਡਿਰਾਈਵ ਹੋਇਆ, ਜਿਸ ਦਾ ਮੀਨਿੰਗ ਕੀ ਹੈ, ਸੈਟਲ ਡਾਊਨ। ਅਗਰ ਇਸ ਦੇਖੀਏ, ਜੋ ਇਗਨੀਅਸ ਰੌਕਸ ਹੁੰਦੀਆਂ ਨੇ, ਉਹ ਜਦੋਂ ਤੇਜ਼ ਹਵਾਵਾਂ ਚੱਲਣ ਨਾਲ, ਪਾਣੀ ਨਾਲ, ਮੀਨਜ਼ ਅਗਰ ਕਹਿ ਦਈਏ ਆਪਾਂ ਓਸ਼ਨ ਦੇ ਕਿਨਾਰੇ 'ਤੇ, ਉਸ ਦੇ ਨਾਲ ਕੀ ਹੈ ਜੀ, ਇਹ ਰੋਲ ਡਾਊਨ, ਕ੍ਰੈਕ ਐਂਡ ਬ੍ਰੋਕਨ ਹੋ ਜਾਂਦੀਆਂ, ਮੀਨਜ਼ ਇਸਦੇ ਛੋਟੇ ਪੀਸ ਹੋ ਜਾਂਦੇ ਨੇ, ਜਿਨ੍ਹਾਂ ਨੂੰ ਕੀ ਕਿਹਾ ਜਾਂਦਾ ਜੀ, ਫਰੈਗਮੈਂਟਸ। ਠੀਕ ਹੈ ਜੀ। ਇਹਨਾਂ ਪੀਸਾਂ ਨੂੰ ਅੱਗੇ ਕੀ ਕਿਹਾ ਜਾਂਦਾ, ਸੈਡੀਮੈਂਟਸ। ਜੋ ਛੋਟੇ ਪੀਸ ਹੁੰਦੇ ਨੇ ਫਰੈਗਮੈਂਟਸ, ਉਹਨਾਂ ਨੂੰ ਕੀ ਕਿਹਾ ਜਾਂਦਾ ਜੀ, ਸੈਡੀਮੈਂਟਸ। ਥੀਸ ਸੈਡੀਮੈਂਟਸ ਬਾਏ ਏਅਰ ਵੈਨ ਟਰਾਂਸਪੋਰਟਡ ਫਰੋਮ ਵਨ ਪਲੇਸ ਟੂ ਅਨਦਰ ਪਲੇਸ ਐਂਡ ਡਿਪੋਜ਼ਿਟਡ ਐਟ ਵਨ ਪਲੇਸ। ਜਦੋਂ ਇਹ ਇੱਕ ਜਗ੍ਹਾ ਤੋਂ ਹਵਾ ਦੇ ਨਾਲ ਦੂਸਰੀ ਜਗ੍ਹਾ ਚਲੇ ਜਾਂਦੇ ਨੇ, ਛੋਟੇ ਪੀਸ ਜਿਨ੍ਹਾਂ ਨੂੰ ਆਪਾਂ ਸੈਡੀਮੈਂਟਸ ਕਹਿੰਦੇ ਹਾਂ, ਐਂਡ ਇੱਕ ਜਗ੍ਹਾ ਉੱਪਰ ਜਾ ਕੇ ਇਹ ਇਕੱਠੇ ਹੋ ਜਾਂਦੇ ਨੇ, ਐਂਡ ਉੱਥੇ ਜਾ ਕੇ ਇਹ ਜੁੜ ਕੇ ਇੱਕ ਚੱਟਾਨ ਬਣ ਜਾਂਦੇ ਨੇ ਦੁਬਾਰੇ, ਤਾਂ ਉਸ ਨੂੰ ਕੀ ਕਿਹਾ ਜਾਂਦਾ ਜੀ, ਸੈਡੀਮੈਂਟਰੀ ਰੌਕ। ਹੁਣ ਤੁਸੀਂ ਇੱਥੇ ਦੇਖੋ, ਜਦੋਂ ਪਹਿਲਾਂ ਉਹ ਆਈਗਨੀਅਸ ਰੌਕ ਜਿਹੜੀ ਉਹ ਟੁੱਟੀ ਐਂਡ ਉਹਦੇ ਛੋਟੇ ਛੋਟੇ ਪੀਸ ਹੋਏ, ਫਿਰ ਉਹ ਹਵਾ ਨਾਲ ਉੱਡ ਕੇ ਹੋਰ ਜਗ੍ਹਾ ਗਏ, ਉੱਥੇ ਜਾ ਕੇ ਜੰਮ ਕੇ ਇੱਕ ਹੋਰ ਚੱਟਾਨ ਬਣ ਗਈ। ਇਸ ਵਿੱਚ ਕੀ ਹੈ ਜੀ, ਕੁਛ ਲੋਸ ਤਾਂ ਹੋਇਆ ਹੋਵੇਗਾ। ਤਾਂ ਕੀ ਹੈ ਜੀ, ਇਹ ਜਦੋਂ ਆਈਗਨੀਅਸ ਰੌਕ ਤੋਂ ਸੈਡੀਮੈਂਟਰੀ ਰੌਕ ਬਣਦੀ ਹੈ ਤਾਂ ਉੱਥੇ ਕੀ ਹੈ ਜੀ, ਲੋਸ ਹੁੰਦਾ ਹੈ ਰੌਕ ਦਾ। ਨੈਕਸਟ ਟਾਈਪ ਕਿਹੜੀ ਹੈ ਜੀ, ਮੈਟਾਮੋਰਫਿਕ। ਇਹ ਕੀ ਹੈ ਜੀ, ਮੈਟਾਮੋਰਫਿਕ ਗ੍ਰੀਕ ਵਰਡ ਮੈਟਾਮੋਰਫੋਸ ਤੋਂ ਲਿਆ ਗਿਆ, ਜਿਸ ਦਾ ਮੀਨਿੰਗ ਕੀ ਹੈ ਜੀ, ਚੇਂਜ ਆਫ ਫਾਰਮ। ਜਦੋਂ ਸੈਡੀਮੈਂਟਰੀ ਰੌਕ ਨੂੰ ਇੱਕ ਸਪੈਸੀਫਿਕ ਹੀਟ ਐਂਡ ਪ੍ਰੈਸ਼ਰ ਦੇ ਵਿੱਚ ਰੱਖਿਆ ਜਾਂਦਾ ਤਾਂ ਉਹ ਕੀ ਹੈ ਜੀ, ਮੈਟਾਮੋਰਫਿਕ ਰੌਕ ਦੇ ਵਿੱਚ ਕਨਵਰਟ ਹੋ ਜਾਂਦੀ ਹੈ। ਠੀਕ ਹੈ ਜੀ। ਇਹ ਸੀਗੀਆਂ ਰੌਕ ਦੀਆਂ ਟਾਈਪਸ। ਨੈਕਸਟ ਹੈ ਜੀ ਰੌਕ ਸਾਈਕਲ। ਜਿੱਦਾਂ ਤੁਹਾਨੂੰ ਦੱਸਿਆ, ਫਸਟ ਆਫ ਕੀ ਹੈ ਜੀ, ਫਸਟ ਆਫ ਆਲ ਕੀ ਹੈ ਜੀ, ਵੋਲਕੈਨੋ ਆਉਂਦਾ, ਵੋਲਕੈਨੋ ਬਾਹਰ ਨਿਕਲਦਾ, ਠੰਡਾ ਹੁੰਦਾ, ਜੰਮਦਾ, ਉਸਦੇ ਜੰਮਣ ਨਾਲ ਜੋ ਰੌਕ ਬਣਦੀ ਹੈ ਉਸ ਨੂੰ ਆਪਾਂ ਕੀ ਕਹਿੰਦੇ ਹਾਂ ਜੀ, ਆਈਗਨਸ ਰੌਕ। ਐਂਡ ਫਿਰ ਉਹ ਛੋਟੇ ਛੋਟੇ ਪੀਸ ਦੇ ਵਿੱਚ ਟੁੱਟ ਜਾਂਦੀ ਹੈ ਨੈਚੁਰਲ ਕਾਰਨਾਂ ਕਰਕੇ, ਤਾਂ ਅੱਗੇ ਉਹ ਕੀ ਹੈ ਜੀ, ਹੋਰ ਜਗ੍ਹਾ ਜਾ ਕੇ ਫਿਰ ਏਅਰ ਦੇ ਦੁਆਰਾ ਡਿਪੋਜ਼ਿਟ ਕੀਤੀ ਜਾਂਦੀ ਹੈ, ਤਾਂ ਉੱਥੇ ਕੀ ਹੈ, ਸੈਡੀਮੈਂਟਰੀ ਰੌਕ ਬਣ ਜਾਂਦੀ ਹੈ। ਐਂਡ ਸੈਡੀਮੈਂਟਰੀ ਰੌਕ ਜਦੋਂ ਇੱਕ ਸਪੈਸੀਫਿਕ ਹੀਟ ਐਂਡ ਪ੍ਰੈਸ਼ਰ ਦੇ ਅੰਡਰ ਰੱਖੀ ਜਾਂਦੀ ਹੈ ਤਾਂ ਉਹ ਕੀ ਹੈ, ਮੈਟਾਮੋਰਫਿਕ ਰੌਕ ਬਣ ਜਾਂਦੀ ਹੈ। ਠੀਕ ਹੈ ਜੀ। ਤਾਂ ਐਂਡ ਦੁਬਾਰਾ ਫਿਰ ਉਹ ਕੀ ਹੈ ਜੀ, ਮੈਗਮੇ ਦੇ ਵਿੱਚ ਕਨਵਰਟ ਹੁੰਦੀ ਹੈ। ਤਾਂ ਇਹ ਸਾਈਕਲ ਕੀ ਹੈ ਜੀ, ਚੱਲਦਾ ਰਹਿੰਦਾ, ਜਿੱਦਾਂ ਕਿ ਪਿਕਚਰ ਵਿੱਚ ਦਿਖਾਈ ਦੇ ਰਿਹਾ। ਪਹਿਲਾਂ ਕੀ ਹੈ ਜੀ, ਵੋਲਕੈਨੋ ਆਇਆ, ਫਿਰ ਵੋਲਕੈਨੋ ਦੇ ਜੰਮਣ ਨਾਲ, ਠੰਡਾ ਹੋਣ ਨਾਲ ਕੀ ਹੈ ਜੀ, ਆਈਗਨਸ ਰੌਕ ਬਣ ਗਈ। ਫਿਰ ਇਹ ਕੀ ਹੈ ਜੀ, ਇਹਦੇ ਛੋਟੇ ਛੋਟੇ ਪੀਸ ਹੋ ਗਏ, ਤਾਂ ਇਹ ਏਅਰ ਨਾਲ ਅੱਗੇ ਪਹੁੰਚਾਏ ਗਏ, ਇੱਕ ਥਾਂ 'ਤੇ ਡਿਪੋਜ਼ਿਟ ਹੋਏ, ਤਾਂ ਕੀ ਹੈ ਜੀ, ਇਹ ਸੈਡੀਮੈਂਟਰੀ ਰੌਕ ਬਣ ਗਈ। ਸੈਡੀਮੈਂਟਰੀ ਰੌਕ ਅੱਗੇ ਫਿਰ ਸਪੈਸੀਫਿਕ ਹੀਟ ਐਂਡ ਪ੍ਰੈਸ਼ਰ ਦੇ ਵਿੱਚ ਰੱਖ ਕੇ ਕੀ ਹੈ ਜੀ, ਮੈਟਾਮੋਰਫਿਕ ਰੌਕ ਬਣ ਗਈ। ਨੈਕਸਟ ਮੈਟਾਮੋਰਫਿਕ ਰੌਕ ਤੋਂ ਕੀ ਹੈ ਜੀ, ਮੈਗਮਾ ਬਣ ਗਿਆ। ਮੈਗਮੇ ਤੋਂ ਫਿਰ ਇਹ ਕੀ ਹੈ ਜੀ, ਫਿਰ ਇਹਨੇ ਵੋਲਕੈਨੋ ਆ ਜਾਣਾ ਹੈ। ਤਾਂ ਇਹ ਕੀ ਹੈ, ਸਰਕਲ ਇੱਦਾਂ ਚੱਲਦਾ ਹੀ ਰਹਿਣਾ। ਇਸ ਨੂੰ ਕੀ ਕਿਹਾ ਜਾਂਦਾ ਜੀ, ਰੌਕ ਸਾਈਕਲ। ਸੋ ਆਈ ਹੋਪ ਇਸ ਵੀਡੀਓ ਲੈਕਚਰ ਵਿੱਚ ਤੁਹਾਨੂੰ ਰੌਕ ਦੀਆਂ ਟਾਈਪਸ, ਰੌਕ ਸਾਈਕਲ ਐਂਡ ਇੰਟੀਰੀਅਰ ਆਫ ਅਰਥ ਬਹੁਤ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਸੋ ਥੈਂਕਸ ਫॉर ਵਾਚਿੰਗ ਦਿਸ ਵੀਡੀਓ। ਗॉड ब्लेस यू।